ਭੱਟ ਸਾਹਿਬ ਤੁਸੀਂ ਮੈਨੂੰ ਦੱਸੋ, ਤੁਸੀਂ ਇੱਕ ਨਵੀਂ ਕਹਾਣੀ ਕੀ ਸ਼ੁਰੂ ਕੀਤੀ ਹੈ? ਤੁਸੀਂ ਤੇ ਉਹੀ ਕੰਮ ਕੀਤਾ ਜਿਹੜਾ ਕਸ਼ਮੀਰੀਆ ਕੀਤਾ, ਬਈ ਮਰਕਜ਼ ਨਾਲ ਜੁੜੇ ਰਹੋ, ਪੈਸੇ ਲੈਂਦੇ ਰਹੋ ਤੇ ਦਾਲ ਆਂਦੇ ਰਹੋ। ਇਹ ਕੋਈ ਤਰੀਕਾ ਨਹੀਂ ਹੈ। ਬਾਟਾਂ ਨਾ ਬਾਟਾਂ ਤੇ ਕਸ਼ਮੀਰੀਆਂ ਵਾਲੀ ਗੱਲ ਹੀ ਕਰਨੀ ਹੈ। ਹੋਰ ਤੁਹਾਡਾ ਕੀ ਖਿਆਲ ਹੈ? ਕਿੱਥੋਂ ਦੀ ਗੱਲ ਕਰਨੀ? ਤੁਸੀਂ ਕਰੋ ਗੱਲ, ਮੈਂ ਕਦੋਂ ਮਨਾ ਕੀਤਾ? ਕਰੋ ਗੱਲ, ਪਰ ਇਹ ਤਾਂ ਕੋਈ ਤਰੀਕਾ ਨਹੀਂ ਨਾ। ਇਹ ਕੀ ਹੋਇਆ ਜੀ, ਇਹ ਰੱਜ ਗਿਓ ਨਹੀਂ ਥੱਕ ਗਿਆ, ਇਹ ਤਾਂ ਨਾ ਕਰੋ ਸਾਡੇ ਨਾਲ, ਇਹ ਗਲਤ ਗੱਲ ਹੈ। ਨਹੀਂ ਬਾਬਾ ਜੀ, ਹੁਣ ਤੁਸੀਂ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਓ। ਮੈਂ ਤਾਂ ਤੁਹਾਨੂੰ ਕਿਹਾ ਕਿ ਹਰ ਗੱਲ 'ਚ ਸਾਜ਼ਿਸ਼ ਨਹੀਂ ਲੱਭੀ ਦੀ ਹੁੰਦੀ, ਸਾਜ਼ਿਸ਼ ਨਹੀਂ ਹੁੰਦੀ। ਤੁਸੀਂ ਮਰੂਜ਼ੀ ਹਾਲਾਤ ਦਾ ਜਾਇਜ਼ਾ ਲਿਆ ਕਰੋ। ਤੁਸੀਂ ਵੇਖੋ ਕਿ ਲੋਕ ਦੇਖੋ ਜਿਹੜੀਆਂ ਪਾਕਿਸਤਾਨ ਦੇ ਵਿੱਚ ਮਹਾਜਰਾਂ ਦੀਆਂ ਸੀਟਾਂ ਨੇ, ਉਹਨਾਂ 'ਚ ਜ਼ਿਆਦਾ ਅਕਸਰੀਅਤ ਹਕੂਮਤੀ ਪਾਰਟੀ ਨੇ ਜਿੱਤੀ ਹੈ ਨਾ। ਜਿਨ੍ਹਾਂ ਸੂਬਿਆਂ ਦੇ ਵਿੱਚ ਜਿਨ੍ਹਾਂ ਦੀ ਹਕੂਮਤ ਸੀ ਉਹਨਾਂ ਦੇ ਲੋਕਾਂ ਨੇ ਜਿੱਤੀ ਹੈ। ਇਸ ਕਰਕੇ ਤੁਸੀਂ ਇਹਨੂੰ ਕੀ ਆਖੋਗੇ ਕਿ ਇੰਡੀਆ ਨੇ ਆ ਕੇ ਆਖਿਆ, ਚਾਈਨਾ ਨੇ ਆ ਕੇ ਆਖਿਆ, ਅਫਗਾਨਿਸਤਾਨ ਵਾਲੇ ਨੇ ਆ ਕੇ ਗੁਜਰਾਂ ਵਾਲਿਆਂ ਨੂੰ ਆਖਿਆ ਸੀ ਕਿ ਤੁਸੀਂ ਫਲਾਣੇ ਨੂੰ ਵੋਟ ਦਿਓ, ਜਾਂ ਕਰਾਚੀ ਵਾਲਿਆਂ ਨੂੰ ਆਖਿਆ ਸੀ, ਜਾਂ ਹੈਦਰਾਬਾਦ ਵਾਲਿਆਂ ਨੂੰ ਆਖਿਆ ਸੀ ਕਿ ਫਲਾਣੇ ਨੂੰ ਆ ਕੇ ਵੋਟ ਦਿਓ। ਇਹ ਗੱਲ ਠੀਕ ਹੈ, ਮੈਂ ਤੁਹਾਨੂੰ ਕਹਿ ਰਿਹਾ ਕਿ ਮਰੂਜ਼ੀ ਹਾਲਾਤ ਬੜੇ ਮੈਟਰ ਕਰ ਰਹੇ ਹੁੰਦੇ ਨੇ। ਤੁਸੀਂ ਵੀ ਉਹਦੇ 'ਤੇ ਨਜ਼ਰ ਰੱਖੋ। ਸਾਜ਼ਿਸ਼ਾਂ ਜ਼ਰੂਰ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਤੁਸੀਂ ਇਸ ਸਾਜ਼ਿਸ਼ ਨੂੰ, ਇਹਨਾਂ ਇਲੈਕਸ਼ਨਾਂ ਨੂੰ ਤੁਸੀਂ ਨਾ ਜੋੜੋ ਕਿ ਇੰਟਰਨੈਸ਼ਨਲੀ ਕੋਈ ਏਜੰਡਾ ਹੋਏਗਾ ਜਿਹਦੀ ਤਕਮੀਲ ਕੀਤੀ ਜਾ ਰਹੀ ਹੈ। ਇੱਕ ਕਹਾਣੀ ਥੋੜੀ ਜਿਹੀ ਸੁਣਾਵਾਂ, ਮੈਨੂੰ ਦੱਸੋ। ਇਹ ਜਿਹੜੇ ਜਨਾਬ ਨਵਾਜ਼ ਸ਼ਰੀਫ ਨੂੰ, ਉਹਨਾਂ ਨੂੰ ਕਿਸ ਆਖਿਆ ਸੀ ਮੁਹਿਬ ਨਾਲ ਬਹੋ ਜਾ ਕੇ? ਉਹ ਮੁਹਿਬ ਜਿਹੜਾ ਪਾਕਿਸਤਾਨ ਨੂੰ ਗਾਲ ਕੱਢਦਾ ਹੈ ਤੇ ਤੁਸੀਂ ਉਹਦੇ ਨਾਲ ਬਹਿ ਗਏ ਹੋ ਜਾ ਕੇ। ਫਿਰ ਇਹ ਜਿਹੜੇ ਇਸਮਾਈਲ ਗੁੱਜਰ ਸਾਹਿਬ ਸਨ, ਉਹਨਾਂ ਨੂੰ ਕਿਸ ਆਖਿਆ ਸੀ ਮੈਂ ਇੰਡੀਆ ਕੋ ਪੁਕਾਰੂੰਗਾ? ਉਹ ਖੁਦਾ ਦਾ ਖੌਫ ਕਰੋ। ਫਿਰ ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਇਹ ਜਿਹੜੀ ਆਲਮੀ ਸਾਜ਼ਿਸ਼ ਨਹੀਂ, ਡਿਜ਼ਾਈਨ ਨਹੀਂ, ਤੇ ਕੀ ਹੈ? ਮੈਨੂੰ ਲੱਗਦਾ ਇੰਝ ਹੈ ਕਿ ਸਾਰੇ ਵਿੱਚੋਂ ਰਲੇ ਨੇ। ਵੈਸੇ ਤਾਂ ਰੂਲਿੰਗ ਲੀਡ ਸਾਰੀ ਰਲੀ ਹੁੰਦੀ ਹੈ। ਰੂਲਿੰਗ ਲੀਡ ਜਿਹੜੀ ਹੈ ਉਹਨੇ ਤੈਅ ਕੀਤਾ ਹੁੰਦਾ ਹੈ ਕਿ ਆਵਾਮ ਨੂੰ ਅਸਾਂ ਦਾ ਲਾਣਾ। ਉਸਤਾਦ ਜੀ, ਇੱਕ ਤਰ੍ਹਾਂ ਦੀ ਗੱਲ ਨਾ ਕਰੋ। ਤੁਹਾਡਾ ਕੀ ਖਿਆਲ ਹੈ ਕਿ ਮੁਹਿਬ ਸਿਰਫ ਨਵਾਜ਼ ਸ਼ਰੀਫ ਨੂੰ ਮਿਲਿਆ? ਉਹਨੇ ਪਾਕਿਸਤਾਨ ਦੇ ਹੋਰ ਕਿਸੇ ਬੰਦੇ ਨਾਲ ਮੁਲਾਕਾਤ ਨਹੀਂ ਕੀਤੀ। ਜਦੋਂ ਪਾਕਿਸਤਾਨ ਦੇ ਕਿਸੇ ਹੋਰ ਲੋਕਾਂ ਦੇ ਨਾਲ ਜਾਂ ਆਲਾ ਹੁਕਾਮ ਨਾਲ ਮੁਲਾਕਾਤਾਂ ਕਰਦਾ, ਉਦੋਂ ਤੇ ਕੋਈ ਕਿਸੇ ਬੰਦੇ ਨੂੰ ਇਤਰਾਜ਼ ਨਹੀਂ ਹੁੰਦਾ। ਨਵਾਜ਼ ਸ਼ਰੀਫ ਨਾਲ ਮੁਹਿਬ ਦੀ ਮੁਲਾਕਾਤ ਹੋ ਗਈ ਤੇ ਤੁਹਾਨੂੰ ਸਾਰਿਆਂ ਨੂੰ ਪਰੇਸ਼ਾਨੀ ਲੱਗ ਹੋ ਗਈ। ਉਹ ਭਾਈ ਮੁਹਿਬ ਨੂੰ ਪੁੱਛੋ ਨਵਾਜ਼ ਸ਼ਰੀਫ ਕੋ ਲੈਣ ਕੀ ਗਿਆ ਸੀ? ਅਗਰ ਨਵਾਜ਼ ਸ਼ਰੀਫ ਦੀ ਅਹਿਮੀਅਤ ਹੀ ਕੋਈ ਨਹੀਂ, ਅਗਰ ਨਵਾਜ਼ ਸ਼ਰੀਫ ਦੀ ਗੱਲਬਾਤ ਹੀ ਕੋਈ ਨਹੀਂ, ਨਵਾਜ਼ ਸ਼ਰੀਫ ਦਾ ਆਲਮੀ ਮੰਜ਼ਰਨਾਮੇ 'ਚ ਕੋਈ ਮੁਕਾਮ ਹੀ ਕੋਈ ਨਹੀਂ, ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜੀ ਮੁਹਿਬ ਉਹਦੇ ਕੋਲ ਕੀ ਲੈਣ ਗਿਆ ਸੀ? ਮੁਹਿਬ ਨੇ ਤੇ ਹੋਰ ਵੀ ਬੜੀਆਂ ਜਗ੍ਹਾ ਤੇ ਬਹੁਤ ਸਾਰਿਆਂ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਨੇ। ਤੁਸੀਂ ਉਹਨਾਂ ਦੇ ਹਵਾਲੇ ਨਾਲ ਗੱਲ ਕੋਈ ਨਹੀਂ ਕਰਨ ਦੇ। ਦੂਸਰਾ, ਇਸਮਾਈਲ ਨੇ ਕਿਹੜੀ ਛਾਲ ਕੱਢ ਮਾਰੀ? ਉਹਨੇ ਕਿਹਾ ਮੇਰੇ ਨਾਲ ਜ਼ਿਆਦਤੀ ਹੋਈ ਹੈ, ਮੇਰੇ ਕੈਂਪ ਝੁਕ ਲਏ ਆ। ਬਸ ਦੇਖੋ, ਉਹ ਬੰਦਾ ਕਹਿੰਦਾ ਕਿ ਹੋਰ ਤੁਹਾਡਾ ਕੀ ਖਿਆਲ ਹੈ? ਹੁਣ ਅਸੀਂ ਇੰਡੀਆ ਨੂੰ ਪੁਕਾਰ ਲਈਏ? ਅਸਾਂ ਤੁਹਾਡੇ ਨਾਲ ਹੀ ਇੱਥੇ ਰਹਿ ਕੇ ਗਿਲੇ ਸ਼ਿਕਵੇ ਕਰਨੇ ਨੇ, ਇੱਥੇ ਰਹਿ ਕੇ ਮਾਮਲਾਤ ਕਰਨੇ ਨੇ। ਨਾਲੇ ਜਿਹੜੀ ਉਹਦੀ ਬਾਅਦ 'ਚੋਂ ਸਟੇਟਮੈਂਟ ਆਈ ਹੈ, ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਇਹ ਨਹੀਂ ਕਿਹਾ ਕਿ ਮੈਂ ਇੰਡੀਆ ਨੂੰ ਪੁਕਾਰਾਂਗਾ, ਬਲਕਿ ਮੈਂ ਕਿਹਾ ਕਿ ਕਿਆ ਮੈਂ ਫਿਰ ਇੰਡੀਆ ਨੂੰ ਪੁਕਾਰ ਲਾਂ? ਇਹਦੇ ਨਾਲ ਮਤਲਬ ਇਹ ਕਿ ਇੰਡੀਆ ਨੂੰ ਕਹਾਂਗੇ ਚੰਗਾ, ਕਿਉਂਕਿ ਉਹ ਮਕਬੂਜ਼ਾ ਕਸ਼ਮੀਰ ਹੈ, ਜੋ ਉੱਥੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨਾਲ ਕਰਦਾ। ਕਿ ਮੈਂ ਹੁਣ ਇਹ ਕਹਾਂ ਕਿ ਪਾਕਿਸਤਾਨ ਦੀ ਗੱਲ? ਲੇਕਿਨ ਇਹਦੇ ਬਾਵਜੂਦ ਇਹਦੀ ਜਿਹੜੀ ਸਟੇਟਮੈਂਟ ਹੈ ਉਹਨੂੰ ਕਿਸੇ ਸੂਰਤ ਵੀ ਪਜ਼ੀਰਾਈ ਨਹੀਂ ਦਿੱਤੀ ਜਾ ਸਕਦੀ। ਇਸ ਹਵਾਲੇ ਦੇ ਨਾਲ ਮੁਸਲਿਮ ਲੀਗ ਨੇ ਵੀ ਇੱਕ ਐਕਸ਼ਨ ਲਿਆ ਔਰ ਉਹਨੂੰ ਇੱਕ ਸ਼ੋਕਾਜ਼ ਨੋਟਿਸ ਜਾਰੀ ਕੀਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਮੌਜੂਦ ਨੇ, ਐਵੇਂ ਇੱਕ ਪਾਸੇ ਨਾ ਡਾਂਗ ਫੇਰੀ ਜਾਓ। ਇਹ ਤੁਸੀਂ ਮੈਨੂੰ ਦੱਸੋ, ਡਾਂਗ ਫੇਰਦਾ ਚੰਗਾ ਵੀ ਨਹੀਂ ਲੱਗਦਾ ਬੰਦਾ। ਮੈਨੂੰ ਦੱਸੋ, ਇਹ ਜਿਹੜੇ ਜਿੱਤੇ ਨੇ, ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਮੋਹਰ ਲਾ ਦਿੱਤੀ ਹੈ ਲੋਕਾਂ ਨੇ ਕਿ ਠੀਕ ਹੈ ਤੁਸੀਂ ਬਿੱਲ ਵੀ ਵਧਾਈ ਜਾਓ, ਗੈਸ ਵੀ ਵਧਾਈ ਜਾਓ, ਮਹਿੰਗਾਈ ਵੀ ਕਰੀ ਜਾਓ, ਚੀਨੀ ਵੀ ਸਮਾਨ ਨੂੰ ਟੁਰ ਜਾਏ, ਆਟਾ ਵੀ ਸਮਾਨ ਨੂੰ ਟੁਰੀ ਜਾਏ, ਔਰ ਤਨਾਸਬ ਜ਼ਰਾ ਕੱਢੋ ਕੀ ਕਿੱਥੇ ਦਾ ਕਿੱਥੇ ਜਾ ਰਿਹਾ ਹੈ, ਤੇ ਰੋਕਣਾ ਨਹੀਂ? ਲੱਗਦਾ ਇੰਝ ਹੈ ਜਿਉਂ ਆਲਮੀ ਇਸਟੈਬਲਿਸ਼ਮੈਂਟ ਨੇ ਕੁਝ ਵੱਡੇ ਫੈਸਲੇ ਕਰਨੇ। ਵੱਡੇ ਫੈਸਲੇ ਮੁਰਾਦ इधर तुम उधर हम कश्मीर तय, इसराइल वाली गल, बाकी सारिया सूरतां, यह अफगानिस्तान का मसला, सी पैक नूं सुस्त करना, सो समझते हो ना? उन्होंने मठा कर देना, उदा जरा लूज कर देना मामले नूं, और रिमके चलता रहे, गल किसी किनारे न लगे। दसू की होया उस तो बाद? देखो मेरी गल सुनो ना, रवा ही ना पाई जाओ। गल इदा है कि पाकिस्तान बनने तो बाद साजिशां शुरू हो गई सन। पाकिस्तान बनने तो बाद ही बहुत सारिया ताकतां अंदरूनी और बरूनी तौर पर साजिशां उन्हें शुरू कर दित्तियां सन। मैं साजिशां तो इनकार नहीं करता पिया, मैं कदों कहना नहीं होंदियां, लेकिन सानू ये भी वेखना कि साडी आवाम की चाहती है। साडी आवाम ने पिछले किस किस्म की जिहड़े ने ना वो हके इस्तेमाल किए ने अपने वोट दे। इस करके तुसी सारियां गल्लां ठीक करदे हो, लेकिन मुखालफत बराए मुखालफत ना करो। तुसी कहो आज़ाद कश्मीर सिंगल हर एक पार्टी नूं ते मैंडेट नहीं मिलिया क्लीन स्वीप, उहदे विच पीपल्स पार्टी दीयां टिकटां सीटां भी ने, उहदे विच मुस्लिम लीग नून नूं भी सीटां मिलियां ने। हो सकदा किसी नूं घट मिलियां होण जां किसी नूं ज़्यादा मिल गईयां होण, लेकिन आवाम ने तिन्नां वड्डियां पार्टियां नूं वोट और टिकटां सीटां दित्तियां ने।